ਦੇਸ਼ ਧਰੋਹ ਦੇ ਕਾਨੂੰਨ ਨੂੰ ਦੀ ਸਭ ਤੋਂ ਵੱਧ ਦੁਰਵਰਤੋਂ ਕਰ ਰਹੀ ਹੈ ਪੁਲਿਸ। ਕਿ ਇਹ ਜਿਹੜਾ ਲਾਅ ਸੀ ਨਾ, ਇਹਦੇ ਚ ਡੈਮੋਕ੍ਰੇਸੀ 'ਚ ਇਸ ਲਾਅ ਦੀ ਕੋਈ ਜਗ੍ਹਾ ਨਹੀਂ ਗੀ। ਇਹ ਸਿੱਧਾ ਫੈਡਰਲਿਜ਼ਮ ਤੇ ਅਟੈਕ ਹੈ। ਸਟੇਟਸ ਦੇ ਅਧਿਕਾਰਾਂ ਦੀ ਕੋਈ ਗੱਲ ਕਰੂਗਾ ਉਹਨੂੰ ਦੇਸ਼ ਧਰੋਹੀ ਕਹਿ ਦੇਣਗੇ। ਨਵੀਆਂ ਸਰਕਾਰਾਂ ਦੀਆਂ ਜਾਤੀਆਂ ਦੇ ਖਿਲਾਫ ਤੇ ਉਹਨਾਂ ਤੇ ਫਿਰ ਇਹ ਜਿਹੜਾ ਸੈਡੀਸ਼ਨ ਲਾ ਕੇ ਤੇ ਉਹਨਾਂ ਨੂੰ ਬੰਦ ਕਰ ਦਿੰਦੇ ਆ ਤੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ। ਜਿਵੇਂ ਉਹਨਾਂ ਨੂੰ ਸਾਂਚੇ 'ਚ ਉਹਨਾਂ ਨੂੰ ਫਿੱਟ ਬੈਠਦਾ, ਉਸ ਸਾਂਚੇ ਦੇ ਅਕੋਰਡਿੰਗਲੀ ਉਹਨੂੰ ਯੂਜ਼ ਕਰ ਲੈਂਦੇ ਆ। ਸਤਿ ਸ਼੍ਰੀ ਅਕਾਲ ਜੀ, ਔਨ 에ਅਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਰਾਵਰਿੰਦਰ ਸਿੰਘ। ਅੱਜ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਦੇ ਵੱਲੋਂ ਕੇਂਦਰ ਸਰਕਾਰ ਨੂੰ ਆਦੇਸ਼ ਦੇ ਦਿੱਤੇ ਗਏ ਨੇ ਕਿ ਦੇਸ਼ ਧਰੋਹ ਦੇ ਕਾਨੂੰਨ ਨੂੰ ਲੈ ਕੇ ਹੁਣ ਨਾ ਤੇ ਕੋਈ ਕੇਸ ਦਰਜ ਹੋਏਗਾ ਤੇ ਨਾ ਕੋਈ ਜਾਂਚ ਹੋਵੇਗੀ ਜਦੋਂ ਤੱਕ ਕੇਂਦਰ ਸਰਕਾਰ ਇਸ ਕਾਨੂੰਨ ਯਾਨੀ ਕਿ 124A ਤੇ ਪੁਨਰ ਵਿਚਾਰ ਨਹੀਂ ਕਰ ਲੈਂਦੀ। ਹੁਣ 124A ਹੈ ਕੀ ਹੈ? ਦੇਸ਼ ਧਰੋਹ ਦਾ ਮਾਮਲਾ ਪੈਂਦਾ ਕਿਵੇਂ ਆ, ਪੁਲਿਸ ਕਿਵੇਂ ਇਸ ਦਾ ਦੁਰਉਪਯੋਗ ਕਰਦੀ ਹੈ ਤੇ ਕਿਵੇਂ ਨਿਰਦੋਸ਼ ਲੋਕ ਵੀ ਇਸ ਦੇ ਵਿੱਚ ਫਸਾ ਲਏ ਜਾਂਦੇ ਨੇ। ਇਹੋ ਕਾਰਨ ਹੈ ਕਿ ਸੁਪਰੀਮ ਕੋਰਟ ਨੂੰ ਦਖਲ ਅੰਦਾਜ਼ੀ ਕਰਨੀ ਪਈ ਹੈ ਤੇ ਇਸ ਵੇਲੇ ਤੱਕ ਹੁਣ ਜਦੋਂ ਤੱਕ ਕੇਂਦਰ ਸਰਕਾਰ ਇਸ ਕਾਨੂੰਨ ਤੇ ਪੁਨਰ ਵਿਚਾਰ ਨਹੀਂ ਕਰ ਲੈਂਦੀ ਉਦੋਂ ਤੱਕ ਨਾ ਤਾਂ ਇਸ ਧਾਰਾ ਤੇ ਦੇਸ਼ ਧਰੋਹ ਦਾ ਯਾਨੀ ਕੋਈ ਕੇਸ ਦਰਜ ਹੋਵੇਗਾ ਤੇ ਨਾ ਹੀ ਪਹਿਲਾਂ ਤੋਂ ਦਰਜ ਹੋਏ ਕੇਸਾਂ ਦੀ ਕੋਈ ਜਾਂਚ ਅੱਗੇ ਤੁਰੇਗੀ। ਇੱਥੇ ਤੱਕ ਕਿ ਸੁਪਰੀਮ ਕੋਰਟ ਨੇ ਵੀ ਰਾਹਤ ਦਿੱਤੀ ਹੈ ਕਿ ਜਿਹੜੇ ਲੋਕਾਂ ਤੇ ਇਸ ਧਾਰਾ ਨੂੰ ਲੈ ਕੇ ਕੇਸ ਦਰਜ ਹੋਏ ਨੇ ਉਹ ਆਪਣੀ ਜ਼ਮਾਨਤ ਦੇ ਲਈ ਵੀ ਅਦਾਲਤ ਤੱਕ ਪਹੁੰਚ ਕਰ ਸਕਦੇ ਨੇ। ਹੁਣ 124A ਦੇਸ਼ ਧਰੋਹ ਦੀ ਧਾਰਾ ਨੂੰ ਸਮਝਣ ਦੇ ਲਈ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਸੀਨੀਅਰ ਐਡਵੋਕੇਟ ਹਰਿੰਦਰ ਸਿੰਘ ਖੋਸਾ ਜੀ। ਖੋਸਾ ਸਾਹਿਬ, ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਖੋਸਾ ਸਾਹਿਬ, ਜਿਸ ਤਰੀਕੇ ਨਾਲ ਮੈਂ 124A ਯਾਨੀ ਕਿ ਦੇਸ਼ ਧਰੋਹ ਦਾ ਜਿਹੜਾ ਕਾਨੂੰਨ ਆ ਉਸ ਬਾਰੇ ਗੱਲ ਕਰ ਰਹੇ ਹਾਂ, ਸਾਡੇ ਦਰਸ਼ਕਾਂ ਨੂੰ ਸਮਝਾਓ ਕਿ ਆਖਿਰਕਾਰ ਇਹ ਦੇਸ਼ ਧਰੋਹ ਦਾ ਜਿਹੜਾ ਇਹ ਕਾਨੂੰਨ ਹੈ ਇਹ ਆਖਿਰ ਕਦੋਂ ਦਾ ਚੱਲਦਾ ਆ ਰਿਹਾ। ਬਹੁਤ ਸਾਰੀਆਂ ਆਵਾਜ਼ਾਂ ਆਉਂਦੀਆਂ ਨੇ, ਕਹਿੰਦੇ ਕਿ ਇਹ ਅੰਗਰੇਜ਼ਾਂ ਵੇਲੇ ਦਾ ਕਾਨੂੰਨ ਹੈ ਜੀ, ਇਸ ਦੇ ਵਿੱਚ ਕੋਈ ਸੁਧਾਰ ਨਹੀਂ ਹੋਇਆ, ਪੁਨਰ ਵਿਚਾਰ ਨਹੀਂ ਹੋਇਆ, ਜਿਵੇਂ ਉਸ ਵੇਲੇ ਸੀ ਉਸੇ ਵੇਲੇ ਹੁਣ ਤੱਕ ਵੀ ਚੱਲਦਾ ਆ ਰਿਹਾ। ਕਿ ਉਸੇ ਵੇਲੇ ਤੋਂ ਚੱਲਦਾ ਆ ਰਿਹਾ ਹੈ? ਇਹ ਬਿਲਕੁਲ ਦਰੁਸਤ ਹੈ ਤੁਹਾਡੀ ਗੱਲ। ਇਹ 17th ਸੈਂਚੁਰੀ ਦੇ ਵਿੱਚ ਜਿਹੜਾ ਹੈਗਾ ਥਾਮਸ ਮੈਕਾਲੇ ਨੇ ਜਿਹੜਾ ਹੈਗਾ 1837 ਚ ਇਹਦਾ ਕੀਤਾ ਸੀਗਾ ਸਟਾਰਟ। ਜਿਹੜੀ ਸ਼ੁਰੂ ਚ ਆਪਣੀ IPC ਸੀ ਉਹਦੇ ਚ ਇਹਨੂੰ ਐਂਟਰ ਨਹੀਂ ਕੀਤਾ ਗਿਆ ਸੀਗਾ। ਤਾਂ ਜੇ ਇਹਨੂੰ ਸ਼ੁਰੂ ਚ ਇੰਗਲੈਂਡ ਲਾ ਬੋਲਦੇ ਸੀਗੇ, ਠੀਕ ਹੈ ਨਾ ਜੀ। ਸੈਡੀਸ਼ਨ ਜਿਹੜਾ ਉੱਥੇ ਇਹ ਸਟਾਰਟ ਕੀਤਾ ਗਿਆ ਸੀਗਾ। ਤਾਂ ਲਾਰਡ ਮੈਕਾਲੇ ਨੇ ਜਿਹੜੀ ਆਪਦਾ ਉਹ ਲਿਖਿਆ ਸੀ ਆਪਣੀ ਜਿਹੜਾ ਡਰਾਫਟ ਕੀਤਾ ਸੀ ਪੀਨਲ ਕੋਡ, ਉਹਦੇ ਚ ਇਹਦੀ ਸੀਗੀ। ਤੇ ਉਦੋਂ ਇਹਨੂੰ ਸ਼ੁਰੂ ਚ ਇਹਨੂੰ ਸੈਕਸ਼ਨ 113 ਜਿਹੜਾ ਹੈਗਾ ਮੈਕਾਲੇ ਜਿਹੜਾ ਸੀਗਾ ਡਰਾਫਟ, ਉਹਦੇ ਵਿੱਚ ਇਹ ਸੀਗਾ। ਤੇ ਬਾਅਦ ਚ ਜਿਹੜਾ 1870 ਦੇ ਵਿੱਚ ਜਿਹੜਾ ਹੈਗਾ ਇਹਨੂੰ ਜਿਹੜਾ ਹੈਗਾ ਇੱਧਰ ਆਪਣੇ ਜਿਹੜਾ ਐਂਟਰਡ ਕੀਤਾ ਗਿਆ। ਤਾਂ ਆਪਣੇ 124 ਜਿਹੜਾ ਸੈਡੀਸ਼ਨ ਲਾਅ ਹੈ ਜੀ। ਠੀਕ ਹੈ, ਜਿਹੜੀ ਪਰ ਉਦੋਂ ਦਾ ਚੱਲਦਾ ਆ ਰਿਹਾ। ਤੇ ਇਸ ਵੇਲੇ ਹੁਣ ਸਰਕਾਰ ਕੀ ਕਹਿ ਰਹੀ ਹੈ ਕਿ ਪੁਨਰ ਵਿਚਾਰ ਕਰਨਾ ਹੈ? ਕਿ ਕੇਂਦਰ ਸਰਕਾਰ ਇਸ ਕਾਨੂੰਨ ਨੂੰ ਥੋੜਾ ਨਰਮ ਕਰੇਗੀ ਜਾਂ ਸਖਤ ਕਰਨਾ ਚਾਹੁੰਦੀ ਆ? ਹੋਰ ਦੇਖੋ, ਇਹਦੇ ਤੇ ਤਾਂ ਉਹ ਰੀਐਗਜ਼ਾਮਿਨ ਤੇ ਕਾਫੀ ਪਹਿਲਾਂ ਤੋਂ ਹੀ ਗੱਲਾਂ ਚੱਲੀਆਂ। ਜਦੋਂ ਵਿਨੋਦ ਦੁਆ ਵਾਲੇ ਕੇਸ 'ਚ ਵੀ, ਹੋਰ ਕਈ ਕੇਸਾਂ 'ਚ ਵੀ ਇਸ ਤਰ੍ਹਾਂ ਦਾ ਮਤਲਬ ਇਹ ਸੁਪਰੀਮ ਕੋਰਟ ਨੇ ਵੀ ਕਈ ਵਾਰੀ ਇਹ ਕਿਹਾ ਸੀ ਸੈਂਟਰ ਗਵਰਨਮੈਂਟ ਨੂੰ ਵੀ ਇਹਦੇ 'ਚ ਹੈਗਾ ਇਹਦਾ ਰੀਐਗਜ਼ਾਮੀਨੇਸ਼ਨ ਜਾਂ ਰੀਕਨਸੀਡਰ ਕਰਨਾ ਚਾਹੀਦਾ ਹੈ, ਬਿਕੋਜ਼ ਇਸ ਲਾਅ ਦਾ ਜਿਹੜਾ ਦੁਰਉਪਯੋਗ ਬਹੁਤ ਹੁੰਦਾ। ਠੀਕ ਹੈ, ਤਾਂ ਇੱਕ ਮਤਲਬ ਸੈਡੀਸ਼ਨ ਲਾਅ ਦਾ ਇੰਨਾ ਦੁਰਉਪਯੋਗ ਹੋ ਰਿਹਾ ਸੀਗਾ, ਇਸ ਕਰਕੇ ਵਾਰ-ਵਾਰ ਇਸ ਗੱਲ ਦੀ ਆਵਾਜ਼ ਉੱਠਦੀ ਸੀ ਵੀ ਉਹ ਰੀਕਨਸੀਡਰ ਕਰਨਾ ਚਾਹੀਦਾ। ਹੁਣ ਜਿਹੜਾ ਬੁੱਧਵਾਰ ਨੂੰ ਫੈਸਲਾ ਹੋਇਆ ਸੁਪਰੀਮ ਕੋਰਟ ਦੁਆਰਾ, ਉਹਦੇ 'ਚ ਪ੍ਰੋਪਰ ਰੂਪ 'ਚ ਉਹਨਾਂ ਨੇ ਇਹਦੇ ਤੇ ਜਿਹੜਾ ਹੈਗਾ ਨਵੇਂ ਕੇਸ ਦਰਜ ਕਰਨ ਤੇ ਜਿਹੜੇ ਪੁਰਾਣੇ ਹੋਏ ਆ ਉਹਨਾਂ ਤੇ ਜਿਹੜੀ ਸੁਪਰੀਮ ਕੋਰਟ ਨੇ ਰੋਕ ਲਗਾ ਦਿੱਤੀ ਹੈ ਟਿਲ ਦੈਨ, ਜਿੰਨਾ ਚਿਰ ਜਿਹੜੀ ਸੈਂਟਰ ਗਵਰਨਮੈਂਟ ਆ ਉਹਨੂੰ ਰੀਕਨਸੀਡਰ ਨਹੀਂ ਕਰ ਲੈਂਦੀ। ਤੇ ਇੱਥੋਂ ਤੱਕ ਵੀ ਕਿਹਾ ਗਿਆ ਵੀ ਉਹ ਜਿਹੜੀ ਇੱਥੋਂ ਤੱਕ ਵੀ ਕਿਹਾ ਗਿਆ ਕਿ ਰੀਕਨਸੀਡਰ ਜਿਹੜੇ ਕਰਕੇ ਤਾਂ ਜਿਹੜਾ ਇਹਦੇ ਤੇ ਸਾਰੇ ਜਿਹੜੇ ਹੈਗੀਆਂ ਮਤਲਬ ਇੱਥੇ ਰਹਿ ਲਈ ਜਾਵੇ, ਸਟੇਟਸ ਦੀ, ਯੂਨੀਅਨ ਟੈਰੀਟਰੀਜ਼ ਦੀ, ਸਭ ਦੀ ਰਹਿ ਲਈ ਜਾਵੇ। ਠੀਕ ਹੈ ਖੋਸਾ ਸਾਹਿਬ, ਮੇਰੇ ਕੋਲ ਵੀ ਅੰਕੜੇ ਥੋੜੇ ਮੈਂ ਚਾਹੁੰਦਾ ਕਿ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੇ ਕਰੀਏ ਆਪਾਂ। 124A ਯਾਨੀ ਕਿ ਦੇਸ਼ ਧਰੋਹ ਦਾ ਜਿਹੜਾ ਕਾਨੂੰਨ ਹੈ, ਅੰਕੜੇ ਦੱਸਦੇ ਨੇ ਕਿ 2010 ਤੋਂ ਬਾਅਦ ਬਿਹਾਰ, ਕਰਨਾਟਕ, UP ਤੇ ਤਮਿਲਨਾਡੂ 'ਚ 5000
ਯਾਨੀ ਕਿ 65% ਤੋਂ ਵੱਧ ਇਹ ਦੇਸ਼ ਧਰੋਹ ਦੇ ਮਾਮਲੇ ਦਰਜ ਹੋਏ ਨੇ। ਇਹ ਇਕੱਲੇ 5 ਰਾਜਾਂ ਦੀ ਗੱਲ ਕਰਦੇ ਹਾਂ। ਫਿਰ 2014 ਤੋਂ ਲੈ ਕੇ 19 ਤੱਕ ਦੇ ਅੰਕੜੇ ਨੇ। 2014 ਤੋਂ ਲੈ ਕੇ 2019 ਤੱਕ ਦੇ ਅੰਕੜੇ ਕਹਿੰਦੇ ਨੇ ਕਿ ਕੁੱਲ 559 ਦੇਸ਼ ਧਰੋਹ ਦੇ ਪਰਚੇ ਦਰਜ ਹੋਏ ਤੇ ਜਿਨ੍ਹਾਂ ਦੀ ਜਦੋਂ ਜਾਂਚ ਹੋਈ, ਜਦੋਂ ਕੋਰਟ ਦੇ ਵਿੱਚ ਸੁਣਵਾਈ ਚੱਲਦੀ ਰਹੀ ਤਾਂ 559 ਦੇ ਵਿੱਚੋਂ ਸਿਰਫ 10 ਬੰਦੇ ਦੋਸ਼ੀ ਸਾਬਤ ਕਰ ਸਕੀ ਹੈ, ਪੁਲਿਸ ਕਰ ਸਕੀ ਹੈ ਅਦਾਲਤ ਦੇ ਅੱਗੇ, ਯਾਨੀ ਕਿ ਬਾਕੀ ਸਾਰੇ ਬੇਕਸੂਰ ਹੋ ਕੇ ਛੁੱਟੇ ਨੇ। ਤੇ ਫਿਰ ਉਹੀ ਗੱਲ ਖੋਸਾ ਸਾਹਿਬ ਤੁਹਾਡੇ ਵਾਲੀ ਗੱਲ ਹੋ ਗਈ ਕਿ ਦੇਸ਼ ਧਰੋਹ ਦੇ ਕਾਨੂੰਨ ਨੂੰ ਦੀ ਸਭ ਤੋਂ ਵੱਧ ਦੁਰਵਰਤੋਂ ਕਰ ਰਹੀ ਹੈ ਪੁਲਿਸ। ਹਾਂ ਬਿਲਕੁਲ, ਇਸੇ ਕਰਕੇ ਤਾਂ ਵਾਰ-ਵਾਰ ਜਿਹੜਾ ਹੈਗਾ ਇਹ ਗੱਲਾਂ ਉੱਠਦੀਆਂ ਆਈਆਂ, ਕਿਉਂਕਿ ਇਹਨੂੰ ਜਿਵੇਂ ਸਮੇਂ ਦੀਆਂ ਸਰਕਾਰਾਂ ਆਪਦੇ ਅਕੋਰਡਿੰਗਲੀ ਯੂਜ਼ ਕਰ ਲੈਂਦੀਆਂ ਕਿ ਇਹਦੇ ਚ ਕੋਈ ਡੈਫੀਨੇਸ਼ਨ ਤਾਂ ਹੈ ਨਹੀਂ ਵੀ ਦੇਸ਼ ਧਰੋਹੀ ਕਿਹਨੂੰ ਮਤਲਬ ਕਿਸ ਐਕਸਟੈਂਡ ਤੱਕ ਜਾ ਕੇ ਇਹਨੂੰ ਮਤਲਬ ਕਿਸੇ ਨੂੰ ਆਪਾਂ ਇਹ ਕਹਿਣਾ ਵੀ ਉੱਤੇ ਸੈਡੀਸ਼ਨ ਲਾ ਲਾਉਣਾ, ਉਹ ਤਾਂ ਫਿਰ ਆਪਦੇ ਅਕੋਰਡਿੰਗਲੀ ਆਪਦੇ ਜਿਵੇਂ ਉਹਨਾਂ ਨੂੰ ਸਾਂਚੇ 'ਚ ਉਹਨਾਂ ਨੂੰ ਫਿੱਟ ਬੈਠਦਾ ਉਸ ਸਾਂਚੇ ਦੇ ਅਕੋਰਡਿੰਗਲੀ ਉਹਨੂੰ ਯੂਜ਼ ਕਰ ਲੈਂਦੇ ਆ। ਯੂਜ਼ ਕਰਕੇ ਤੇ ਜਿਹੜੇ ਕੋਈ ਆਵਾਜ਼ ਚੁੱਕਦੇ ਆ ਜਾਂ ਸਮੇਂ ਦੀਆਂ ਸਰਕਾਰਾਂ ਦੀਆਂ ਜਾਤੀਆਂ ਦੇ ਖਿਲਾਫ ਤੇ ਉਹਨਾਂ ਤੇ ਫਿਰ ਇਹ ਜਿਹੜਾ ਸੈਡੀਸ਼ਨ ਲਾ ਕੇ ਤੇ ਉਹਨਾਂ ਨੂੰ ਬੰਦ ਕਰ ਦਿੰਦੇ ਆ ਤੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ। ਜਾਂ ਮਤਲਬ ਹੁਣ ਵੀ ਜੇ ਤਾਂਹੀਓ ਇਸੇ ਗੱਲ ਤੇ ਵਾਰ-ਵਾਰ ਜਿਹੜਾ ਹੈਗਾ ਜਿੰਨੀਆਂ ਵੀ ਆਪਣੀਆਂ ਸੰਸਥਾਵਾਂ ਨੇ ਜਾਂ ਹੋਰ ਨੇ ਇਹਦਾ ਤਾਂ ਕਹਿ ਰਹੇ ਆ ਪਹਿਲਾਂ ਵੀ, ਕਿਉਂਕਿ ਇਹ ਜਿਹੜਾ ਲਾਅ ਸੀ ਨਾ ਇਹਦੇ ਚ ਡੈਮੋਕ੍ਰੇਸੀ ਚ ਇਸ ਲਾਅ ਦੀ ਕੋਈ ਜਗ੍ਹਾ ਨਹੀਂ ਗੀ, ਕਿਉਂਕਿ ਇਹ ਤਾਂ ਡਿਕਟੇਟਰਸ਼ਿਪ ਵਾਲੇ ਜਿਵੇਂ ਕੰਟਰੀ ਨੇ। ਮਤਲਬ ਤੁਹਾਨੂੰ ਫਰੀडम ਆਫ ਸਪੀਚ ਨਹੀਂ ਦਿੰਦਾ, ਕਹਿੰਦੇ ਤਾਂ ਹੈਗੇ ਅਸੀਂ ਫਰੀडम ਆਫ ਸਪੀਚ ਨਹੀਂ ਦਿੰਦਾ ਇਹ ਕਾਨੂੰਨ, ਉਹ ਸਿੱਧਾ ਅੰਡਰਮਾਈਨ ਟੂ ਫੈਡਰਲਿਜ਼ਮ ਜੇ ਆਪਾਂ ਕਹਿ ਦਈਏ ਤਾਂ ਇਹ ਸਿੱਧਾ ਫੈਡਰਲਿਜ਼ਮ ਤੇ ਅਟੈਕ ਹੈ। ਮਤਲਬ ਇਹਨਾਂ ਚੀਜ਼ਾਂ ਨਾਲ ਜਿਹੜਾ ਹੈ ਨਾ ਇਹ ਚੀਜ਼ ਜਿਹੜਾ ਹੈਗਾ, ਬਾਕੀ ਡੈਮੋਕ੍ਰੇਸੀ ਜਿੰਨਾ ਵੀ ਹੈਗਾ ਤੇ ਫੈਡਰਲਿਜ਼ਮ ਕੀ ਹੈ ਕਿ ਜਿਵੇਂ ਸਟੇਟਸ ਦੇ ਅਧਿਕਾਰਾਂ ਦੀ ਕੋਈ ਗੱਲ ਕਰੂਗਾ ਉਹਨੂੰ ਦੇਸ਼ ਧਰੋਹੀ ਕਹਿ ਦੇਣਗੇ ਜੀ, ਠੀਕ ਹੈ ਨਾ। ਤਾਂ ਉਹ ਜਿਹੜੇ ਸਟੇਟਸ, ਕਿਉਂਕਿ ਡਾਇਵਰਸਿਟੀ ਜਿੱਥੇ ਤੱਕ ਇੰਡੀਆ ਦੀ ਗੱਲ ਕਰੀਏ ਤਾਂ ਇੱਥੇ ਆਪਾਂ ਜੇ ਨਾਰਥ ਇੰਡੀਆ ਤੋਂ ਲੈ ਕੇ ਤਾਮਿਲਨਾਡੂ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਕਿੰਨੇ ਕਲਚਰ, ਕਿੰਨੀਆਂ ਬੋਲੀਆਂ ਤੇ ਕਿੰਨੇ ਤਰ੍ਹਾਂ ਦੀਆਂ ਭਾਸ਼ਾਵਾਂ, ਬੋਲੀਆਂ ਤੇ ਖਾਣਾ, ਹੋਰ ਕਿੰਨੀ ਡਾਇਵਰਸਿਟੀ ਹੈ ਆਪਣੀ ਜਿਹੜਾ ਕੰਟਰੀ ਹੈ। ਤੇ ਇਹ ਡਾਇਵਰਸਿਟੀ ਹੈ ਵੀ ਇਹਦੇ ਦੇਸ਼ ਦੀ ਤੇ ਲੋਕਤੰਤਰ ਦੀ ਇੱਕ ਸੁਹੱਪਣ ਹੈ ਜਿਹੜੀ ਇਹ ਡਾਇਵਰਸਿਟੀ ਹੈ। ਹਾਂ ਇਹ ਜਿਹੜੀ ਇਸ ਨੂੰ ਬਰਕਰਾਰ ਵੀ ਰੱਖਣਾ ਚਾਹੀਦਾ, ਪਰ ਜਦੋਂ ਕੋਈ ਆਪਦੀ ਡਾਇਵਰਸਿਟੀ ਨੂੰ ਮਤਲਬ ਰੱਖਣ ਵਾਸਤੇ ਕੋਈ ਬੰਦਾ ਆਵਾਜ਼ ਚੁੱਕਦਾ ਤਾਂ ਜਿਹੜਾ ਇਹ ਜਿਹੜਾ ਸੈਡੀਸ਼ਨ ਦੀ ਦੁਰਵਰਤੋਂ ਕਰਕੇ ਉਹਨੂੰ ਸਨੱਬ ਕੀਤਾ ਜਾਂਦਾ ਹੈ, ਉਹਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜੀ ਖੋਸਾ ਸਾਹਿਬ, ਕੁਛ ਨਾਂ ਨੇ ਮੇਰੇ ਕੋਲ, ਕਨਈਆ ਕੁਮਾਰ, ਸੀਨੀਅਰ ਪੱਤਰਕਾਰ ਵਿਨੋਦ ਦੁਆ ਸਾਹਿਬ, ਇਹਨਾਂ ਤੇ ਵੀ ਹੋਇਆ ਸੀ, ਸ਼ਸ਼ੀ ਥਰੂਰ, ਸਿੱਦਕੀ ਕੈਂਪਨ, ਦਿਸ਼ਾ ਰਵੀ, ਅਸੀਮ ਤ੍ਰਿਵੇਦੀ ਤੇ ਹਾਰਦਿਕ ਪਟੇਲ। ਇਹ ਸਾਰੇ ਉਹ ਨਾਂ ਨੇ ਜਿਨ੍ਹਾਂ ਤੇ ਦੇਸ਼ ਧਰੋਹ ਦੇ ਪਰਚੇ ਦਰਜ ਹੋਏ ਨੇ। ਹੁਣ ਜਿਵੇਂ ਸੁਪਰੀਮ ਕੋਰਟ ਕਹਿ ਰਿਹਾ ਕਿ ਜਿਨ੍ਹਾਂ ਤੇ ਦਰਜ ਹੋਏ ਨੇ ਤਾਂ ਅਸੀਂ ਉਹਨਾਂ ਦੀ ਬੇਲ ਕਰਵਾ ਸਕਦੇ ਹਾਂ, ਕੀ ਹੁਣ ਜੇ ਕੋਰਟ ਦੇ ਕੋਲ ਵਾਪਸ ਜਾਂਦੇ ਆ ਤਾਂ ਕੀ ਜ਼ਮਾਨਤ ਮਿਲ ਜੇਗੀ ਹੁਣ ਇਹਨਾਂ ਨੂੰ? ਨਹੀਂ, ਇਹਨਾਂ ਚੋਂ ਤਕਰੀਬਨ ਸਾਰਿਆਂ ਨੂੰ ਬੇਲ ਮਿਲੀ ਵੀ ਹੈ। ਦਿਸ਼ਾ ਰਵੀ ਨੂੰ ਤਾਂ ਸ਼ਾਇਦ ਉਦੋਂ ਆਪਣੇ ਕਿਸਾਨੀ ਅੰਦੋਲਨ ਵੇਲੇ ਹੀ ਸੀਗਾ ਇਹ ਕੇਸ। ਹਾਂ, ਮੋਸਟਲੀ ਬਾਹਰ ਨੇ, ਬਿਲਕੁਲ ਮੋਸਟਲੀ ਬਾਹਰ ਨੇ, ਬਿਲਕੁਲ ਮੋਸਟਲੀ ਬਾਹਰ ਨੇ। ਪਰ ਇਹਨਾਂ ਦੇ ਜਿਹੜੀ ਅੱਗੇ ਫਰਦਰ ਪ੍ਰੋਸੀਡਿੰਗਸ ਹੈ ਉਹਨਾਂ ਤੇ ਰੋਕ ਲਗਾ ਦਿੱਤੀ ਹੈ ਵੀ ਜੇ ਕੋਈ ਟ੍ਰਾਇਲ ਚੱਲਦਾ ਤਾਂ ਟ੍ਰਾਇਲ ਨੂੰ ਰੋਕ ਲਓ। ਜਿੱਥੇ ਹੈਗਾ ਉਹ ਨਾਲ ਇਹ ਵੀ ਕਿਹਾ ਵੀ ਜਿਹੜੇ ਦੂਸਰੇ ਸੈਕਸ਼ਨ ਨੇ ਨਾ, ਜੇ ਨਾ ਕੱਲਾ ਸੈਡੀਸ਼ਨ ਦੇ ਨਾਲ ਕੁਝ ਹੋਰ ਵੀ ਲੱਗਿਆ ਤਾਂ ਉਹ ਚੱਲਣਗੇ। ਕੱਲਾ ਸੈਡੀਸ਼ਨ ਤੇ ਜਿਹੜਾ ਹੈਗਾ ਉਹ ਹੈਗਾ ਜਿਹੜਾ ਸੈਡੀਸ਼ਨ ਦਾ ਜਿਨ੍ਹਾਂ ਤੇ ਸੈਕਸ਼ਨ ਉਹ ਜਿਹੜਾ 124A ਤੇ ਕੋਈ ਕਾਰਵਾਈ ਨਹੀਂ ਹੋਊਗੀ, ਜਾਨੀ ਕਿ ਜੇ ਬਾਕੀ ਧਾਰਾਵਾਂ ਲੱਗੀਆਂ ਨੇ ਤਾਂ ਉਹ ਤਾਂ ਚੱਲੇਗੀ ਜਾਂਚ। ਬਿਲਕੁਲ ਜੀ। ਇਹਦੇ ਨਾਲ ਇੱਕ ਪੈਰਲਲ ਲਾਅ ਹੋਰ ਵੀ ਹੈਗਾ, ਜੇ ਇਸ ਤੇ ਰੋਕ ਵੀ ਲਗਾ ਦਿੱਤੀ ਹੈ ਤੇ ਇਹਦੇ ਨਾਲ ਦੀ ਇੱਕ ਪੈਰਲਲ ਹੋਰ ਵੀ ਹੈਗਾ, ਉਹਦਾ ਨਾਂ UAPA ਹੈ। ਤਾਂ ਉਹਦੀ ਵੀ ਮੇਰੇ ਸਵਾਲ ਵੀ ਆ ਰਿਹਾ ਸੀ ਕਿ ਯੂਆਪਾ ਦੇ ਨਾਲ ਮਿਲਦਾ ਜੁਲਦਾ ਇਹ ਹੈ, ਕਿਉਂਕਿ ਦੇਸ਼ ਧਰੋਹ ਤੋਂ ਬਾਅਦ ਇਹ ਨਵਾਂ ਸੀ, ਯੂਆਪਾ ਸੀਗਾ। ਅਸੀਂ ਦੇਖਿਆ ਕਿ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਨੇ ਜਿਨ੍ਹਾਂ ਤੇ ਯੂਆਪਾ ਲੱਗਿਆ ਹੋਇਆ ਇਸ ਵੇਲੇ ਵੀ। ਡੈਫੀਨੇਟਲੀ ਯੂਆਪਾ ਜਦੋਂ ਬਣਿਆ ਸੀ ਉਦੋਂ ਬਹੁਤ ਕੰਟਰੋਵਰਸੀ ਹੋਈ ਸੀ। ਕੰਟਰੋਵਰਸੀ ਕਿਉਂ ਹੋਈ ਸੀਗੀ? ਕਿਉਂਕਿ ਸਟੇਟ ਨੂੰ ਇੰਨੇ ਕੁ ਰਾਈਟਸ ਦੇਤੇ ਸੀਗੇ। ਮੇਨ ਜਿਹੜੀ ਉਹਦੀ ਕੰਟਰੋਵਰਸੀ ਸੀਗੀ ਉਹ ਸੀਗੀ ਜਿਹੜੀ ਵੇਗ ਡੈਫੀਨੇਸ਼ਨ ਆਫ ਟੈਰਰਿਸਟ। ਉਸ ਤੇ ਜਿਹੜੀ
ਮਤਲਬ ਇਹ ਯੂਐਨਓ ਜਿਹੜੀ ਸੀਗੀ ਉਹਦੀ ਡੈਫੀਨੇਸ਼ਨ ਤੋਂ ਹਟ ਕੇ ਜਿਹੜੀ ਇਹ ਮਤਲਬ ਡੈਫੀਨੇਸ਼ਨ ਸੀ ਟੈਰਰਿਸਟ ਦੀ। ਹੁਣ ਜੇ ਕਿਸੇ ਦੀ ਪ੍ਰਾਈਵੇਟ ਪ੍ਰਾਪਰਟੀ ਨੂੰ ਵੀ ਮਤਲਬ ਕਿਸੇ ਨੇ ਲਾਸ ਪਹੁੰਚਾਤਾ ਤਾਂ ਉੱਤੇ ਵੀ ਯੂਐਪਾ ਲੱਗ ਦੋ, ਜਾਂ ਕਿਸੇ ਮਤਲਬ ਕਿਸੇ ਪ੍ਰੋਟੈਸਟ ਦੇ ਵਿੱਚ ਕੋਈ ਮਤਲਬ ਪ੍ਰੋਟੈਸਟ ਕਰ ਰਿਹਾ ਤਾਂ ਉਸ ਤੇ ਯੂਐਪਾ ਲਾ ਦੋ, ਤਾਂ ਉਹਨੂੰ ਮਤਲਬ ਕਰ ਦੋ। ਇਹ ਟੋਟਲੀ ਜਿਹੜਾ ਹੈਗਾ, ਜਿਹੜਾ ਯੂਐਪਾ ਦਾ ਵੀ ਮਿਸਯੂਜ਼ ਹੋ ਰਿਹਾ। ਹੁਣ 2004 ਚ 2008 ਚ 2009 ਚ ਜਿਹੜੀਆਂ ਅਮੈਂਡਮੈਂਟਸ ਹੋਈਆਂ ਇਹਦੇ ਯੂਐਪਾ ਦੇ ਵਿੱਚ, ਤਾਂ ਉਸ ਤੋਂ ਕਰਕੇ ਕਿੰਨਾ ਇਸ ਚ ਰਿਹਾ। ਤਾਂ ਹੁਣ ਜਿਹੜਾ ਹਾਜੇ ਤੱਕ ਦੇ ਅੰਕੜੇ ਨੇ ਉਹਦੇ ਅਕੋਰਡਿੰਗਲੀ ਯੂਐਪਾ ਦੇ ਤਹਿਤ 4000 ਸਮਥਿੰਗ ਜਿਹੜੇ ਕੇਸ ਦਰਜ ਹੋਏ ਆ, ਜਿਨ੍ਹਾਂ ਚੋਂ 112 ਕਨਵਿਕਟ ਹੋਏ ਨੇ ਤੇ ਬਾਕੀ ਹਜੇ ਅੰਡਰ ਟ੍ਰਾਇਲ ਚੱਲ ਰਹੇ ਆ, ਪੈਂਡਿੰਗ ਹੈ। ਹੁਣ ਇਹ ਯੂਐਪਾ ਦੀ ਹੋਰ ਸੁਣ ਲਓ ਗੱਲ, ਜਿਹੜੇ ਯੂਐਪਾ ਦੇ ਵਿੱਚ ਆਮ ਆਪਾਂ ਸੀਆਰਪੀਸੀ ਦੇ ਤਹਿਤ ਜਿਹੜਾ ਆਮ ਮੁਲਜ਼ਮ ਦਾ 15 ਦਿਨਾਂ ਦਾ ਤੋਂ ਵੱਧ ਕੋਰਟ ਰਿਮਾਂਡ ਨਹੀਂ ਦਿੰਦੀ, 15 ਦਿਨਾਂ ਤੋਂ ਵੱਧ ਰਿਮਾਂਡ ਨਹੀਂ ਦੇ ਸਕਦੀ, ਔਰ ਮੋਸਟਲੀ 14 ਦਿਨਾਂ ਤੱਕ ਦਾ ਰਿਮਾਂਡ ਹੁੰਦਾ ਹੈ। ਜਿਵੇਂ ਕਿੰਨੇ ਵੀ ਮਤਲਬ ਰਿਮਾਂਡ ਲੈਣਾ ਪੁਲਿਸ ਨੇ ਤਾਂ 15-14 ਦਿਨਾਂ ਦਾ ਪੁਲਿਸ ਰਿਮਾਂਡ ਹੋਊਗਾ। ਬਟ ਜਿਹੜਾ ਯੂਏਪੀਏ ਹੈ ਇਹਦੇ ਚ 30 ਦਿਨਾਂ ਦਾ, ਸਿੱਧਾ ਡਬਲ ਹੈ। ਫਿਰ ਇਹਦੇ ਚ ਜਿਹੜੀ ਚਾਰਜ ਸ਼ੀਟ ਫਾਈਲ ਕਰਨ ਦੀ ਫਿਰ ਜਿਹੜੀ ਚਾਰਜ ਸ਼ੀਟ ਫਾਈਲ ਕਰਨ ਦਾ ਟਾਈਮ ਹੈ ਪੁਲਿਸ ਕੋਲੇ, ਉਹ 6 ਮਹੀਨਿਆਂ ਦਾ, 180 ਦਿਨਾਂ ਦਾ। ਟੋਟਲੀ ਜਿਹੜਾ 180 ਦਿਨਾਂ ਤੱਕ ਬੰਦੇ ਨੂੰ ਫੜ ਕੇ ਅੰਦਰ ਦੇ ਦਿਓ, ਨਾ ਉਹਦੀ ਬੇਲ ਨਾ ਕੁਛ, ਇਹ ਪੈਰਲਲ ਹੀ ਹੈ। ਇਹਦੇ ਚ ਚਲੋ 124 ਏ ਤੇ ਜੇ ਮਾਨਯੋਗ ਸੁਪਰੀਮ ਕੋਰਟ ਨੇ ਇਹਨੂੰ ਰੀਕਨਸੀਡਰ ਕਰਨ ਲਈ ਕਿਹਾ ਤੇ ਬਹੁਤ ਸੋਹਣਾ ਫੈਸਲਾ ਹੈ। ਇਹਨੂੰ ਰੀਕਨਸੀਡਰ ਕਰਨਾ ਵੀ ਚਾਹੀਦਾ ਤੇ ਡਿਬੇਟ ਹੋਣੀ ਚਾਹੀਦੀ ਹੈ ਪੂਰਨ ਤੌਰ ਤੇ ਡਿਬੇਟ ਹੋਣ ਤੋਂ ਬਾਅਦ ਜਿਹੜੀਆਂ ਸਟੇਟ ਲੀਜਿਸਲੇਚਰਸ, ਜਿੰਨੀਆਂ ਅਸੈਂਬਲੀਜ਼ ਨੇ, ਸਾਰਿਆਂ ਨੂੰ ਉਹਨਾਂ ਤੇ ਰਾਏ ਲੈਣੀ ਚਾਹੀਦੀ ਹੈ ਤੇ ਉਹਨਾਂ ਦੀ ਰਾਏ ਨੂੰ ਕੰਸੀਡਰ ਕਰਨਾ ਚਾਹੀਦਾ ਹੈ। ਕਿਤੇ ਇਹ ਨਾ ਇਹ ਜਿਵੇਂ ਆਮ ਚੱਲਦਾ ਆਇਆ ਵੀ ਸਿਰਫ ਰਾਏ ਹੀ ਹੈ, ਤਾਂ ਉਹ ਬਿਲਕੁਲ ਨਹੀਂ ਹੋਣਾ ਚਾਹੀਦਾ। ਤੇ ਇਸ ਕਰਕੇ ਜਿਹੜਾ ਇਹਨੂੰ ਰੀਕਨਸੀਡਰ ਕਰਨਾ ਚਾਹੀਦਾ, ਕਿਉਂਕਿ ਇਹ ਇੱਕ ਲੋਕਤਾਂਤਰਿਕ ਢਾਂਚੇ ਵਾਸਤੇ ਬੜਾ ਖਤਰਨਾਕ, ਜਿਹਨੂੰ ਕਹਿ ਦਈਏ, ਕਾਨੂੰਨ ਹੈ ਇਹ। ਜੀ, ਤੇ ਕੀ ਲੱਗਦਾ ਖੋਸਾ ਸਾਹਿਬ ਫਿਰ ਹੁਣ, ਕਿਉਂਕਿ ਜੇ ਸੁਪਰੀਮ ਕੋਰਟ ਨੇ ਰੋਕ ਲਗਾ ਦਿੱਤੀ ਤਾਂ ਦੇਖੋ ਸਰਕਾਰਾਂ ਤਾਂ ਨਹੀਂ ਚਾਹੁੰਗੀਆਂ ਕਿ ਰੋਕ ਜ਼ਿਆਦਾ ਲੰਬੇ ਸਮੇਂ ਤੱਕ ਚੱਲਦੀ ਰਹੇ। ਕੀ ਲੱਗਦਾ ਕਿ ਜਲਦੀ ਪੁਨਰ ਵਿਚਾਰ ਹੋਊਗਾ ਫਿਰ ਇਸ ਮਾਮਲੇ ਤੇ? ਹੁਣ ਦੇਖੋ, ਉਹ ਤਾਂ ਲੋਕ ਸਭਾ ਦਾ ਸੈਸ਼ਨ ਹੈ, ਉਦੋਂ ਜਿਵੇਂ ਜਾਂ ਬਿੱਲ ਪ੍ਰੋਡਿਊਸ ਕਰਨਾ ਸੈਂਟਰ ਗਵਰਨਮੈਂਟ ਨੇ ਪ੍ਰੋਡਿਊਸ ਕਰਨਾ, ਉਸ ਤੋਂ ਬਾਅਦ ਇਹਦੇ ਤੇ ਡਿਬੇਟ ਕਰਨੀ ਹੈ ਸੈਸ਼ਨ ਤੇ, ਕੀਤਾ ਹੈ ਤੇ ਆਰਡੀਨੈਂਸ ਹੀ ਲੈ ਕੇ ਆ ਜਾਣ, ਕਿਉਂਕਿ ਸੈਂਟਰ ਕੋਲੇ ਫੁੱਲ ਮੈਜੋਰਟੀ ਹੈ। ਵੈਸੇ ਤਾਂ ਮਤਲਬ ਜੇ ਇਹੋ ਜਿਹੇ ਲਾਅ ਨੂੰ, ਜਿਵੇਂ ਹੁਣ ਕੀ ਹੈ ਕਿ ਇਹ 1837 ਦਾ ਥਾਮਸ ਮੈਕਾਲੇ ਨੇ ਜਿਹੜਾ ਇਹ ਡਰਾਫਟ ਕੀਤਾ ਸੀ, ਤਾਂ ਕਿਉਂਕਿ ਉਹ ਉਸ ਟਾਈਮ ਅੰਗਰੇਜ਼ ਇੱਕ ਕਲੋਨੀਅਲ ਦੇ ਤੌਰ ਤੇ ਜਿਹੜਾ ਇੰਡੀਆ ਨੂੰ ਵਰਤਦੇ ਸੀਗੇ, ਉਹ ਆਪਦੇ ਅਕੋਰਡਿੰਗਲੀ ਜਿਹੜੇ ਬੰਦੇ ਨੂੰ ਮਰਜ਼ੀ ਦੇਸ਼ ਧਰੋਹੀ ਕਹਿ ਸਕਦੇ ਸੀਗੇ। ਫਿਰ ਉਹ ਤਾਂਹੀਓ ਉਹਦੀ ਇਹਦਾ ਸੀਗਾ, ਤਾਂਹੀਓ ਤਾਂ ਇਹਨੂੰ ਜਿਹੜਾ ਇੰਗਲੈਂਡ ਸੈਡੀਸ਼ਨ ਜਿਹੜਾ ਲਾਅ ਕਹਿੰਦੇ ਸੀਗੇ ਇਹ, ਹਨਾ। ਤਾਂ ਇਸੇ ਕਰਕੇ ਵੀ ਉਹਨਾਂ ਨੇ ਜਿਹੜਾ ਮਿਸਯੂਜ਼ ਕਰਨ ਵਾਸਤੇ ਇਹਨੂੰ ਬਣਾਇਆ ਸੀਗਾ, ਤੇ ਉਹ ਸਾਰੇ ਜਿੰਨੇ ਵੀ ਮਤਲਬ ਦੇਸ਼ਾਂ ਚ ਉਹਨਾਂ ਦਾ ਸੀਗੀ, ਉਹ ਉਹਨਾਂ ਨੂੰ ਕਲੋਨੀਅਲ ਤੌਰ ਤੇ ਵਰਤਦੇ ਸੀਗੇ। ਉਸ ਕਰਕੇ ਜਿਹੜਾ ਇਹਨਾਂ ਨੇ ਖਾਸ ਤੌਰ ਤੇ ਇੰਡੀਆ ਦੇ ਵਿੱਚ ਕਿੰਨੇ ਲੋਕਾਂ ਤੇ ਇਹ ਜਿਹੜੀ ਧਾਰਾ ਇੰਪੋਜ਼ ਕੀਤੀ ਗਈ ਤੇ ਉਹਨਾਂ ਨੂੰ ਲੰਬੇ ਸਮੇਂ ਲਈ ਜੇਲ੍ਹਾਂ ਚ ਤੱਕ ਦਿੱਤਾ ਗਿਆ, ਕਿਉਂਕਿ ਉਹ ਖੋਸਾ ਸਾਹਿਬ ਠੀਕ ਹੈ 1837 ਚ ਦੇਖੋ ਅੰਗਰੇਜ਼ਾਂ ਨੇ ਇਹ ਬਣਾਇਆ, ਕਿਉਂਕਿ ਜ਼ਾਹਿਰ ਤੌਰ ਤੇ ਅੰਗਰੇਜ਼ ਨਹੀਂ ਚਾਹੁੰਦੇ ਸੀ ਕਿ ਦੇਸ਼ ਦੇ ਵਿੱਚੋਂ ਕੋਈ ਆਜ਼ਾਦੀ ਦੀ ਆਵਾਜ਼ ਵਗੈਰਾ ਉੱਠੇ। ਪਰ ਹੁਣ ਤਾਂ ਅਸੀਂ ਆਜ਼ਾਦ ਹਾਂ, 1947 ਤੋਂ ਆਜ਼ਾਦ ਚੱਲਦੇ ਆ ਰਹੇ ਹਾਂ, ਤੇ ਹੁਣ ਵੀ ਫਿਰ ਇਸ ਦੇਸ਼ ਧਰੋਹ ਵਰਗੇ ਕਾਨੂੰਨ ਦਾ ਕੀ ਫਾਇਦਾ ਹੈ ਸਾਨੂੰ? ਆਮ ਜਨਤਾ ਨੂੰ ਆਪਾਂ ਗੱਲ ਕਰੀਏ, ਨਹੀਂ ਫਾਇਦਾ ਕੋਈ ਨਹੀਂ ਗਾ ਇਹਦਾ, ਕੋਈ ਆਮ ਜਨਤਾ ਨੂੰ ਕੋਈ ਫਾਇਦਾ ਨਹੀਂ। ਆਮ ਜਨਤਾ ਨੂੰ ਤਾਂ ਦਬਾਉਣ ਵਾਸਤੇ ਰੱਖਿਆ ਗਿਆ। ਹੁਣ ਜਿਹੜੇ ਸੀਨੀਅਰ ਪੱਤਰਕਾਰ ਵਿਨੋਦ ਦੁਆ ਵਾਲਾ ਕੇਸ ਨੇ, ਉਹ ਹੋਰ ਜਿਹੜੇ ਕਨਈਆ ਕੁਮਾਰ ਵਾਲਾ, ਉਸਨੂੰ ਮੀਡੀਆ ਵੀ ਇੱਕ ਸਰਕਾਰ ਦੇ ਤੌਰ ਤੇ ਪ੍ਰਚਾਰ ਦਿੰਦਾ ਹੈ, ਕਿਵੇਂ ਉਹਨਾਂ ਦੇ ਪ੍ਰੋਟੈਸਟ ਨੂੰ ਇੱਕ ਬਣਾਤਾ। ਉਸ ਤੋਂ ਬਾਅਦ ਕਿੰਨੀ ਉਹ ਚੱਲਿਆ ਵੀ ਇਹ ਦੇਸ਼ ਧਰੋਹੀ ਹੈ, ਦੇਸ਼ ਧਰੋਹੀ ਦੀ ਡੈਫੀਨੇਸ਼ਨ ਹੀ ਬਦਲ ਗਈ ਵੀ ਜਿਹੜਾ ਕੋਈ ਸਰਕਾਰ ਦੇ ਖਿਲਾਫ ਬੋਲਦਾ ਹੈ ਤਾਂ ਉਹਨੂੰ ਦੇਸ਼ ਧਰੋਹੀ ਕਹਿੰਦੇ ਆ, ਜਦੋਂ ਕਿ ਡੈਮੋਕ੍ਰੇਸੀ ਚ ਹਰ ਇੱਕ ਨੂੰ ਆਪਣਾ ਬੋਲਣ ਦਾ, ਆਪਣੇ ਵਿਚਾਰ ਰੱਖਣ ਦਾ, ਤਾਂ ਆਪਣੀ ਸਾਰੀ ਪੱਖ ਰੱਖਣ ਦਾ ਉਹਨੂੰ ਹੱਕ ਹੈ। ਪਰ ਇੱਥੇ ਇਹ ਸੀਗਾ ਕਿ ਜਿਹੜਾ ਬੰਦਾ ਸਰਕਾਰ ਨੂੰ ਜਾਂ ਕਿਸੇ ਸਰਕਾਰ ਦੇ ਨੁਮਾਇੰਦੇ ਨੂੰ ਉਹਦੇ ਖਿਲਾਫ ਆਵਾਜ਼ ਚੁੱਕਦਾ ਸੀ, ਜਦੋਂ ਉਹਦੇ ਅਧਿਕਾਰਾਂ ਦਾ ਹਨਨ ਹੁੰਦਾ ਸੀ, ਤਾਂ ਉਹਨੂੰ ਦੇਸ਼ ਧਰੋਹੀ ਕਹਿ ਦਿੱਤਾ ਜਾਂਦਾ ਸੀ। ਇਹ ਡੈਫੀਨੇਸ਼ਨ ਹੀ ਚੇਂਜ ਹੋ ਗਈ, ਜਿਵੇਂ ਸਮੇਂ ਦੇ ਨਾਲ ਇਹ ਡੈਫੀਨੇਸ਼ਨ ਦਾ ਬੜਾ ਫਰਕ ਪਿਆ। ਜੀ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ
ਹਰਿੰਦਰ ਸਿੰਘ ਗੋਸਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀ ਤੁਸੀਂ ਜਾਣਕਾਰੀ ਦਿੱਤੀ ਹੈ ਦੇਸ਼ ਧਰੋਹ 124A ਦੇ ਬਾਰੇ, ਉਹ ਦਰਸ਼ਕਾਂ ਨੂੰ ਬੜਾ ਕਲੀਅਰਲੀ ਸਭ ਸਮਝ ਆ ਗਿਆ ਹੋਣਾ ਕਿ ਕਿਸ ਤਰੀਕੇ ਦੇ ਨਾਲ ਇਸ ਕਾਨੂੰਨ ਦੀ ਸ਼ੁਰੂਆਤ ਅੰਗਰੇਜ਼ਾਂ ਵੇਲੇ ਹੋਈ ਸੀ। ਆਜ਼ਾਦ ਵੀ ਦੇਸ਼ ਹੋਇਆ ਤਾਂ ਫਿਰ ਵੀ ਦੇਸ਼ ਦੇ ਲੋਕਾਂ ਦੇ ਉੱਤੇ ਦੇਸ਼ ਧਰੋਹ ਦੇ ਮਾਮਲੇ ਲਗਾਤਾਰ ਚੱਲਦੇ ਆ ਰਹੇ ਨੇ। ਸੋ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ ਤੁਹਾਡਾ ਖੋਸਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸੋ ਇੱਕ ਹੋਰ ਵਿਸ਼ੇ ਦੇ ਨਾਲ, ਇੱਕ ਹੋਰ ਕਾਨੂੰਨ ਦੀ ਕੁੰਡੀ ਦੇ ਨਾਲ ਜਲਦ ਤੁਹਾਡੇ ਨਾਲ ਫਿਰ ਤੋਂ ਮੁਲਾਕਾਤ ਹੋਏਗੀ। ਹੁਣ ਤੱਕ ਸਿਰਫ ਇੰਨਾ ਹੀ। ਇਜਾਜ਼ਤ ਦਿਓ। ਧੰਨਵਾਦ।